ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ। ਰਾਣਾ ਸੂਰਤ ਸਿੰਘ ਸ੍ਰੀ ਖੰਡੀ ਛੰਦ ਵਿੱਚ ਉਚਾਰਨ ਕੀਤੀ ਗਈ ਹੈ। ਇਹ ਉਹ ਲਿਖਤ ਹੈ ਜਿਹੜੇ ਭਾਈ ਸੁੱਧ ਸਿੰਘ ਜੀ ਰਾਗੀ ਜਦੋਂ ਚਾਈਨਾ ਵਿੱਚ ਗਏ ਸਨ ਤੇ ਨਾਲ ਲੈ ਕੇ ਗਏ ਸਨ, ਤੇ ਇਹਨਾਂ ਵਿੱਚੋਂ ਹੀ ਉਹ ਪਰਮਾਰਥ ਦੇ ਭੇਦ ਸੰਗਤਾਂ ਵਿੱਚ ਪ੍ਰਚਾਰਿਆ ਕਰਦੇ ਸਨ, ਜਿਨ੍ਹਾਂ ਕਰਕੇ ਬੇਅੰਤ ਸੰਗਤਾਂ ਗੁਰੂ ਚਰਨਾਂ ਦੇ ਲੜ ਲੱਗੀਆਂ। ਉਹਨਾਂ ਨੇ ਸਿਮਰਨ ਜੀਵਨ ਸ਼ੁਰੂ ਕੀਤਾ। ਇਸ ਤੋਂ ਇਲਾਵਾ ਜਦੋਂ ਆਪ ਜੀ ਕਈ ਗੁਰਮੁਖਾਂ ਦੇ ਜੀਵਨ ਪੜ੍ਹੋਗੇ, ਉਹਨਾਂ ਨੂੰ ਵੀ ਇਸ ਪੁਸਤਕ ਵਿੱਚੋਂ ਬਹੁਤ ਲਾਭ ਪ੍ਰਾਪਤ ਹੋਇਆ, ਕਿਉਂਕਿ ਉਹ ਜਿੱਥੇ ਜਿੱਥੇ ਪਰਮਾਰਥ ਵਿੱਚ ਅਟਕੇ ਪਏ ਸਨ, ਉਹਨਾਂ ਨੂੰ ਅੱਗੇ ਦਾ ਰਾਹ ਇਸ ਪੁਸਤਕ ਵਿੱਚੋਂ ਲੱਭਿਆ। ਇਸ ਵਿੱਚ ਪਰਮਾਰਥ ਦੇ ਬਹੁਤ ਹੀ ਗਹਿਰੇ ਤੇ ਡੂੰਘੇ ਭਾਵ ਹਰ ਵਿਸ਼ੇ ਦੇ ਦਰਜ ਕੀਤੇ ਗਏ ਹਨ। ਸੋ ਇਸ ਲਿਖਤ ਦਾ ਸੰਖੇਪ ਇਉਂ ਹੈ ਕਿ ਰਾਣੀ ਰਾਜ ਕੌਰ ਜਿਹੜੀ ਸੀ, ਉਹ ਰਾਣਾ ਸੂਰਤ ਸਿੰਘ ਜੀ ਦੀ ਧਰਮ ਸੁਪਤਨੀ ਸੀ। ਰਾਣਾ ਸੂਰਤ ਸਿੰਘ ਜੀ ਇੱਕ ਮਹਾਨ ਗੁਰਮੁਖ ਸਨ, ਪਰ ਰਾਣੀ ਨੂੰ ਇਸ ਗੱਲ ਦਾ ਪਤਾ ਨਹੀਂ ਸੀ। ਉਹ ਉਹਨਾਂ ਦੇ ਸਰੀਰ ਨਾਲ ਪਿਆਰ ਕਰਦੀ ਸੀ ਤੇ ਰਾਣਾ ਜੀ ਨੇ ਆਪਣੇ ਜੀਵਨ ਕਾਲ ਵਿੱਚ ਹੌਲੀ ਹੌਲੀ ਉਹਨਾਂ ਦੇ ਇਸ ਪਿਆਰ ਨੂੰ ਗੁਰਸਿੱਖੀ ਪਿਆਰ ਵੱਲ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਉਮਰਾਂ ਨੇ ਸਾਥ ਨਹੀਂ ਦਿੱਤਾ ਤੇ ਰਾਣੀ ਰਾਜ ਕੌਰ ਜੀ ਗੁਰਮੁਖ ਪਦ ਨੂੰ ਅਪੜ ਨਹੀਂ ਸਕੀ। ਉਂਝ ਉਹ ਗੁਰਸਿੱਖੀ ਨਾਲ ਬੜਾ ਪਿਆਰ ਕਰਦੀ ਸੀ। ਰਾਣੇ ਜੀ ਦੇ ਸਰੀਰ ਛੱਡਣ ਤੋਂ ਬਾਅਦ ਆਪ ਜੀ ਨੂੰ ਡਾਢਾ ਸਦਮਾ ਲੱਗਾ। ਤਾਂ ਕਿਤਾਬ ਦੇ ਸ਼ੁਰੂਲੇ ਪੰਨਿਆਂ ਵਿੱਚ ਬਿਰਹਾ ਦਾ ਬਹੁਤ ਸੋਹਣਾ ਜਿਹੜਾ ਸੀ ਵਿਸਥਾਰ ਕੀਤਾ ਭਾਈ ਸਾਹਿਬ ਜੀ ਨੇ। ਉਸ ਤੋਂ ਬਾਅਦ ਫਿਰ ਜਿੱਥੇ ਜਿੱਥੇ ਵੀ ਇਸ ਨੂੰ ਆਪਣੇ ਪਿਆਰੇ ਪਤੀ ਦੀਆਂ ਨਿਸ਼ਾਨੀਆਂ ਮਿਲਣ ਦੀ ਸੂਹ ਲੱਗਦੀ, ਉੱਥੇ ਪਹੁੰਚ ਜਾਂਦੀ। ਇਉਂ ਕਰਦੀ ਕਰਦੀ ਆਪ ਜੀ ਨੂੰ ਪਤਾ ਚੱਲਾ ਕਿ ਇੱਕ ਪਹਾੜ ਹੈ, ਉੱਥੇ ਇੱਕ ਪਰੀ ਰਹਿੰਦੀ ਹੈ, ਉਸਨੂੰ ਵੀ ਮੇਰੇ ਕੰਤ ਜੀ ਮਿਲੇ ਸਨ। ਤਾਂ ਉੱਥੇ ਜਾਂਦੀ ਹੈ। ਉੱਥੋਂ ਆਪ ਜੀ ਨੂੰ ਕੋਈ ਪੱਤਰ ਮਿਲਦੇ ਹਨ ਤੇ ਉਸ ਪੱਤਰ ਤੋਂ ਸਤਸੰਗ ਦੀ ਸੂਹ ਮਿਲਦੀ ਹੈ। ਉਸ ਸਤਸੰਗ ਵਿੱਚ ਬੜਾ ਗੁੱਜਾ ਲੁੱਕਾ ਸਤਸੰਗ ਸੀ, ਹਰ ਕਿਸੇ ਨੂੰ ਪਤਾ ਨਹੀਂ ਸੀ। ਉਸ ਸਤਸੰਗ ਵਿੱਚ ਜਾ ਕੇ ਇਸ ਨੂੰ ਅੰਦਰਲੇ ਆਤਮਿਕ ਭੇਦ ਖੁੱਲ੍ਹਦੇ ਹਨ ਤੇ ਅੰਤ ਨੂੰ ਗੁਰਮੁਖ ਪਦਵੀ ਤੇ ਅਪੜਦੀ ਹੈ। ਸੋ ਅਸੀਂ ਹੁਣ ਕੁਝ ਅੰਸ਼ ਆਪ ਜੀ ਨੂੰ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ, ਤਾਂ ਜੋ ਆਪ ਜੀ ਦੇ ਅੰਦਰ ਇਹ ਚਾਹਨਾ ਉਪਜੇ ਕਿ ਇਹ ਪੁਸਤਕ ਜਿਹੜੀ ਬੜੀ ਅਮੋਲਕ ਹੈ, ਉਹ ਪੜ੍ਹ ਕੇ ਅਸੀਂ ਆਨੰਦ ਮਾਣੀਏ। ਜਿਉਂ ਅਸੀਂ ਪੜ੍ਹਾਂਗੇ ਧਿਆਨ ਨਾਲ, ਬਿਰਹੇ ਤੋਂ ਬਾਅਦ ਜਦੋਂ ਪਰੀ ਮਹਿਲ ਚੜ੍ਹਾਈ ਆਏਗੀ, ਸਵਾਦ ਆਉਂਦਾ ਜਾਵੇਗਾ ਤੇ ਅੰਤ ਤੱਕ ਜਾਂਦਿਆਂ ਜਾਂਦਿਆਂ ਵਿਸਮਾਦ ਹੋਏ ਬਿਨਾਂ ਅਸੀਂ ਰਹਿ ਨਹੀਂ ਸਕਦੇ। ਸੋ ਆਓ ਪਿਆਰ ਨਾਲ ਸਰਵਣ ਕਰੀਏ। ਅੱਜ ਦੀ ਜਿਹੜਾ ਅੰਸ਼ ਹੈ ਉਹ ਹੈ ਪੱਤਰ ਏਕਾਂਤ। ਇਸ ਵਿੱਚ ਆਪ ਜੀ ਨੇ ਦਰਸਾਇਆ ਹੈ ਕਿ ਏਕਾਂਤ ਕਿੰਨੇ ਪ੍ਰਕਾਰ ਦੀ ਹੈ ਤੇ ਕਿਹੜੀ ਏਕਾਂਤ ਸਾਡੇ ਲਈ ਸੁਖਦਾਈ ਹੈ। ਏਕਾਂਤ ਕਹੋ ਏਕਾਂਤ ਕੀ ਏਕਾਂਤ ਹੈ, ਦੋ ਭਾਂਤੀ ਏਕਾਂਤ ਗੁਰਮੁਖ ਆਖਦੇ। ਰਹਿਣਾ ਜੰਗਲ ਵਿੱਚ ਨਦੀ ਕਿਨਾਰੜੇ, ਪਰਬਤ ਧਾਰਾ ਕੁੱਖ ਵਿੱਚ ਉਜਾੜਦੇ। ਜਿੱਥੇ ਦੂਜਾ ਕੋਲ ਹੋਏ ਨਾ ਆਦਮੀ, ਖਾਵਣ ਪੀਵਣ ਸੌਣ ਪਹਿਨਣ ਵਾਸਤੇ। ਮਾਨੁਖ ਉੱਪਰ ਹੋਏ ਆਸਰਾ ਮੂਲ ਨਾ, ਪਵੇ ਨਾ ਆਏ ਲੋੜ ਕੋਈ ਆ ਮਿਲੇ। ਪਰ ਚਾਹੀਏ ਦਿਲ ਚਲ ਮਿਲ ਕੇ ਮਿੱਤਰਾਂ, ਆਪੇ ਹੋਵੇ ਮਿੱਤਰ ਆਪਣੇ ਆਪ ਦਾ, ਆਪੇ ਹੋਵੇ ਦਾਸ ਆਪਣੇ ਆਪ ਦਾ। ਹਾਂਜੀ, ਆਪੇ ਹੋਵੇ ਮਿੱਤਰ ਆਪਣੇ ਆਪ ਦਾ, ਆਪੇ ਹੋਵੇ ਦਾਸ ਆਪਣੇ ਆਪ ਦਾ। ਪਰ ਵਿੱਚ ਇਸ ਏਕਾਂਤ ਦੁਰ ਘਟ ਵਸਣਾ, ਜੇ ਕੋਈ ਹੱਠ ਨੂੰ ਧਾਰ ਰਹੇ ਇਕੱਲੜਾ। ਲਿਵ ਤੇ ਰਸਤੋਂ ਹੀਨ ਵਹਿਸ਼ਤ ਛਾਉਂਦੀ। ਹਾਂਜੀ, ਜੇ ਕੋਈ ਹੱਠ ਨੂੰ ਧਾਰ ਰਹੇ ਇਕੱਲੜਾ। ਲਿਵ ਤੇ ਰਸਤੋਂ ਹੀਣ ਵਹਿਸ਼ਤ ਛਾਉਂਦੀ। ਜੇ ਸਿਰ ਤੇ ਹੋਏ ਰੱਬ ਉਸ ਪਰ ਆਸ ਹੋ, ਉਸ ਵਿੱਚ ਹੋ ਲਿਵਲੀਨ ਖਿੜਿਆ ਕੌਲ ਹੋ। ਤੇ ਪ੍ਰਾਪਤ ਸਤਸੰਗ ਹੋ ਅਣਦਿਸਦਾ, ਉਹ ਵਸ ਇਸ ਏਕਾਂਤ ਹੈਵੇ ਵਸਦਾ। ਫਿਰ ਦੁਹਰਾ ਦਈਏ। ਜੇ ਸਿਰ ਤੇ ਹੋਏ ਰੱਬ ਉਸ ਪਰ ਆਸ ਹੋ, ਉਸ ਵਿੱਚ ਹੋ ਲਿਵਲੀਨ ਖਿੜਿਆ ਕੌਲ ਹੋ। ਤੇ ਪ੍ਰਾਪਤ ਸਤਸੰਗ ਹੋ ਅਣਦਿਸਦਾ, ਉਹ ਵਸ ਇਸ ਏਕਾਂਤ ਹੈਵੇ ਸਕਦਾ। ਉਸ ਦੀ ਕੁਦਰਤ ਸੇਵ ਕਰਦੀ ਆਪ ਹੈ, ਗੁੰਗੇ ਬੂਟੇ ਬਿਰਛ ਛਾਇਆ ਦੇਵਦੇ। ਠੰਡਕ ਦੇਵਣ ਨਾਲ ਕਰਨ ਹਿਸਾਨ ਨਾ, ਨਾਲੇ ਭੋਜਨ ਦੇਣ ਫਲ ਫੁੱਲ ਆਪਣੇ।
ਮਿਹਣਾ ਮਾਰ ਹਿਸਾਨ ਕਦੀ ਨਾ ਚਾੜਦੇ, ਕੂਲ ਚਸ਼ਮਾ ਨੀਰ ਖੁੱਲਾ ਦੇਵਦੇ, ਮੱਥੇ ਪਾਣ ਨਾ ਵੱਟ ਠੰਡਾ ਵਾਲੜੇ, ਚਿੜੀਆਂ ਗਾਵਣ ਰਾਗ ਗੀਤ ਸੁਣਾਉਂਦੀਆਂ, ਚਿੱਗੀ ਟਿਚਕਰ ਛੇੜ ਕਰਨ ਮਖੌਲ ਨਾ, ਨੱਚੋ ਟੱਪੋ ਗਾਓ ਹੱਸੋ ਰੋ ਪਵੋ, ਮਿਹਣਾ ਕੋਈ ਨਾ ਦੇ ਉੱਥੇ ਆਏ ਕੇ, ਨੰਗੇ ਫਿਰੋ ਉਗਾੜ ਗੁਆਂਢੀ ਨੰਗੜੇ, ਮੈਲੀ ਅੱਖ ਨਾ ਵੇਖ ਤਿਵੜੀ ਪਾਉਂਦੇ, ਆਪਣੇ ਰਹੋ ਸੁਭਾਓ ਚਿਤ ਅਡੋਲਵੇਂ, ਜਿਸ ਨੂੰ ਸਕੇ ਨਾ ਮੋਹ ਉੱਥੇ ਕੋਈ ਵੀ, ਪਿਆਰ ਕਰੇ ਨਾ ਕੋਈ ਦਰਦ ਵੰਡਾਵਦਾ, ਓਪਰੇ ਜ਼ਿਕਰ ਹੋਣ ਬੂਟੇ ਬ੍ਰਿਛ ਹੈ, ਤਿਉਂ ਓਪਰਿਆਂ ਵਿੱਚ ਰਹਿ ਕੇ ਓਪਰਾ, ਦਿਨ ਜਾਂਦੇ ਹਨ ਬੀਤ ਖਿੜਿਆ ਅੰਦਰੋਂ, ਪਰ ਰਸਿਆ ਹੋ ਫਿਰ ਰਹੇ ਇਕਾਂਤ ਹੈ, ਅਤ ਵਿਰਲੇ ਸੰਸਾਰ ਦੁਰਗਮ ਖੇਡ ਹੈ। ਹਾਂ ਜੀ, ਰਸਿਆ ਤਾਂ ਇੰਝ ਆਨੰਦ ਮਾਣਦਾ ਹੈ, ਤੇ ਹੁਣ ਜਿਹੜਾ ਰਸਿਆ ਨਹੀਂ ਉਸ ਦੀ ਹਾਲਤ, ਜੇ ਹਟ ਕਰਕੇ ਐਉਂ ਰਹੇ ਇਕਾਂਤ ਕੋ, ਤਪਿਆ ਹੋਵੇ ਉਹ ਰਸਿਆ ਨਾ ਹੋਏ, ਹਾਂ ਜੇ ਹੋਵੇ ਕੋਲ ਵਸਦਾ ਪਿੰਡ ਕੋ, ਉੱਥੋਂ ਆਵੇ ਅੰਨ ਪੀਵਣ ਪਹਿਨਣਾ, ਛੇਤਰ ਲੱਗੇ ਹੋਣ ਲੰਗਰ ਚੱਲਦੇ, ਹੋ ਜਾਵਣ ਸੁਖ ਨਾਲ ਲੋੜਾਂ ਪੂਰੀਆਂ, ਦਿਲ ਪਰਚਾਵੇ ਆਏ ਕੋਈ ਬਾਲਕਾ, ਇਹ ਨਹੀਂ ਹੈ ਇਕਾਂਤ ਉਤਲੀ ਭਾਂਤ ਦੀ, ਇਹ ਹੋਣਾ ਹੈ ਲਾਂਭ ਜਗ ਦੇ ਦੁੱਖ ਤੋਂ, ਸਹਿਲ ਜ਼ਿੰਦਗੀ ਜੀਣ ਦਾ ਇਹ ਰਾਹ ਹੈ। ਹਾਂਜੀ, ਇਹ ਨਹੀਂ ਇਕਾਂਤ ਉਤਲੀ ਭਾਂਤ ਦੀ, ਇਹ ਹੋਣਾ ਹੈ ਲਾਂਭ ਜਗ ਦੇ ਦੁੱਖ ਤੋਂ, ਸਹਿਲ ਜ਼ਿੰਦਗੀ ਜੀਣ ਦਾ ਇਹ ਰਾਹ ਹੈ। ਛੱਡ ਜਿਨ੍ਹਾਂ ਨੂੰ ਆਪ ਕਾਂਤ ਸਹੇੜਨੀ, ਸਦ ਉਹਨਾਂ ਨੂੰ ਪਾਸ ਫਿਰ ਬਿਠਾਵਣਾ, ਆਸਰਾ ਰੱਖਣਾ ਫਿਰ ਉਹਨਾਂ ਉਪਰੇ, ਖਾਵਣ ਪੀਵਣ ਆਸ ਪੂਰਨ ਆ ਉਹ, ਇਸ ਤਰ੍ਹਾਂ ਦਾ ਵਾਸ ਵਿੱਚ ਇਕਾਂਤ ਜੋ ਉੱਪਰਲੀ ਇਕਾਂਤ ਤੋਂ ਹੈ ਵੱਖਰਾ। ਇੱਕ ਹੋਰ ਇਕਾਂਤ, ਫਿਰ ਇੱਕ ਹੈਵੇ ਹੋਰ ਡੋਲ ਇਕਾਂਤ ਦੀ, ਜਿਕੁਰ ਕਨਿਆ ਕੋਏ ਧਰਮ ਅਨਸਾਰ ਹੋ, ਕਰਦੀ ਧਰਮ ਵਿਵਾਹ ਨਾਲ ਮਰਿਆਦ ਦੇ, ਧਰਮ ਪਤੀ ਬ੍ਰਤਪਾਲ ਜਾਣੇ ਕੰਤ ਨੂੰ, ਕੇਵਲ ਇੱਕ ਮਨੁੱਖ ਵਿੱਚ ਸੰਸਾਰ ਦੇ, ਜਦ ਸਤ ਲਏ ਨਿਬਾਹਾ ਧਰਮੀ ਆਖੀਏ, ਤਿੱਕੁਰ ਵਿੱਚ ਸੰਸਾਰ ਰਹਿ ਕੇ ਜੇ ਕੋਈ, ਕਰਦਾ ਸਾਰੀ ਕਾਰ ਗ੍ਰਸਤ ਵਿਹਾਰ ਦੀ, ਕਰਦਾ ਕੋਈ ਨਾ ਕੰਮ ਖੋਟਾ ਹੈ ਬੁਰਾ, ਧਰਮਾਂ ਵਾਲੇ ਕੰਮ ਕਰੇ ਜੋ ਕੰਮ ਉਹ, ਪੁੰਨ ਦਾਨ ਉਪਕਾਰ ਸਹਿਜ ਨਿਭਾਉਂਦਾ, ਮਾਤ ਪਿਤਾ ਦੀ ਸੇਵ ਭੈਣਾਂ ਭਰਾਵ ਦੀ, ਮਿੱਤਰਾਂ ਨਾਲ ਨਿਬਾਹ ਕਰਦਾ ਹੈ ਸਹੀ, ਪਰ ਹਿਰਦਾ ਇੱਕ ਠਾਂਵ ਹੈਵੇ ਰੱਖਦਾ। ਹਾਂਜੀ, ਪਰ ਹਿਰਦਾ ਇੱਕ ਠਾਂਵ ਹੈਵੇ ਰੱਖਦਾ, ਜੁੜਿਆ ਰਹੇ ਜੇ ਨਾਲ ਸਾਈਂ ਨਾਲ ਉਹ, ਸੁਖ ਸਾਈਂ ਦੇ ਮੇਲ ਦਾ ਜੋ ਹੋਂਦਾ, ਉਸ ਵਿੱਚ ਚਿਤ ਪ੍ਰਸੰਨ ਡੁੱਬਾ ਰੱਖਦਾ, ਵਿਸ਼ੇ ਸੁੱਖਾਂ ਤੋਂ ਉੱਠ ਉੱਚਾ ਅੰਦਰੋਂ, ਰੱਬ ਯਾਦ ਦੇ ਨਾਲ ਜੁੜਿਆ ਜੋ ਰਹੇ, ਲਿਵ ਵਿੱਚ ਰੱਖੇ ਵਾਸ ਉਹ ਇਕਾਂਤੀਆ, ਗੁਰੂ ਗ੍ਰੰਥ ਜੀ ਆਪ ਇਕੁਰ ਭਾਖ ਦੇ, ਸੋ ਇਕਾਂਤੀ ਜਿਸ ਰਿਦਾ ਥਾਏ। ਬਸੰਤ ਮਹੱਲਾ ਪੰਜਵਾਂ। ਸੋ ਇਕਾਂਤੀ ਜਿਸ ਰਿਦਾ ਥਾਏ, ਲੋਕੀ ਸੌਂਦੇ ਰਾਤ ਏ ਵੀ ਸੌਂਦਾ, ਸੁਤਿਆ ਦਿਨ ਬਿਤਾਏ ਲੋਕੀ ਰਾਤ ਨੂੰ, ਪਰ ਇਕਾਂਤੀ ਜਾਗ ਰਾਤੀ ਬੈਠਦਾ, ਇੱਕ ਹੁੰਦਾ ਹੈ ਆਪ ਸਾਈਂ ਇੱਕ ਹੋ, ਇੱਕ ਹੁੰਦੀ ਹੈ ਯਾਦ ਸਾਈਂ ਵਾਲੜੀ, ਇੱਕ ਹੁੰਦੀ ਹੈ ਰਾਤ ਮਾਂ ਇਕਾਂਤ ਦੀ, ਉਸ ਵੇਲੇ ਉਹ ਬੈਠ ਹਰ ਲਿਵਲਾਉਂਦਾ, ਘਰ ਵਿੱਚ ਇਉਂ ਇਕਾਂਤ ਪ੍ਰਾਪਤ ਉਸ ਨੂੰ। ਫਿਰ ਦੁਹਰਾ ਦੇਈਏ, ਲੋਕੀ ਸੌਂਦੇ ਰਾਤ ਇਹ ਵੀ ਸੌਂਦਾ, ਸੁਤਿਆ ਦਿਨ ਬਿਤਾਏ ਲੋਕੀ ਰਾਤ ਨੂੰ, ਪਰ ਇਕਾਂਤੀ ਜਾਗ ਰਾਤੀ ਬੈਠਦਾ, ਇੱਕ ਹੁੰਦਾ ਹੈ ਆਪ ਸਾਈਂ ਇੱਕ ਹੋ, ਇੱਕ ਹੁੰਦੀ ਹੈ ਯਾਦ ਸਾਈਂ ਵਾਲੜੀ, ਇੱਕ ਹੁੰਦੀ ਹੈ ਰਾਤ ਮਾਂ ਇਕਾਂਤ ਦੀ, ਉਸ ਵੇਲੇ ਉਹ ਬੈਠ ਹਰ ਲਿਵਲਾਉਂਦਾ। ਦਿਨ ਜਦ ਨੇੜੇ ਆਏ ਸੌਂਦਾ ਫੇਰ ਇਹ, ਘਰ ਵਿੱਚ ਇਉਂ ਇਕਾਂਤ ਪ੍ਰਾਪਤ ਉਸ ਨੂੰ। ਦਿਨ ਜਦ ਨੇੜੇ ਆਏ ਸੌਂਦਾ ਫੇਰ ਇਹ,
ਲੋਕੀ ਮੂਹਰੇ ਜਾਗ ਇਸ ਨੂੰ ਦੇਖਦੇ, ਸੁੱਤਾ ਲੰਮੀ ਤਾਣ ਦਿਨ ਹੈ ਆ ਗਿਆ। ਇੱਕੁਰ ਦੁਨੀਆ ਵਿੱਚ ਕੋਈ ਨਾ ਜਾਣਦਾ, ਇਸ ਦੇ ਦਿਲ ਦਾ ਹਾਲ ਕਾਰ ਜੋ ਰਾਤ ਦੀ। ਹਾਂਜੀ, ਦਿਨ ਜਦ ਨੇੜੇ ਆਏ ਸੌਂਦਾ ਫੇਰ ਇਹ, ਲੋਕੀ ਮੂਹਰੇ ਜਾਗ ਇਸ ਨੂੰ ਦੇਖਦੇ, ਸੁੱਤਾ ਲੰਮੀ ਤਾਣ ਦਿਨ ਹੈ ਆ ਗਿਆ। ਇੱਕੁਰ ਦੁਨੀਆ ਵਿੱਚ ਕੋਈ ਨਾ ਜਾਣਦਾ, ਇਸ ਦੇ ਦਿਲ ਦਾ ਹਾਲ ਕਾਰ ਜੋ ਰਾਤ ਦੀ। ਲੁਕਿਆ ਲਾਲੀ ਵਾਂਗ ਵਿੱਚ ਤਰਬੂਜ ਦੇ, ਢੱਕਿਆ ਸਬਜ਼ੀ ਨਾਲ ਰੱਤਾ ਅੰਦਰੋਂ। ਇਹ ਕਾਂਤੀ ਹੈ ਇਹ ਦੂਜੀ ਭਾਂਤ ਦਾ, ਲੱਭੋ ਜੋ ਜਗ ਵਿੱਚ ਪਹਿਲੀ ਭਾਂਤ ਦੇ। ਲੱਭੂ ਕੋਇ ਨਾਹੀਂ ਕਾਂਤੀ ਐਸੜਾ, ਬੀਜ ਨਾਸ਼ ਨਾ ਹੋਏ ਦੁਰਲਭ ਐਪਰਾ। ਦੂਜੀ ਭਾਂਤ ਇਕਾਂਤ ਸੋਖੀ ਉਸ ਤੋਂ, ਲੱਭਦੀ ਇਹ ਵੀ ਘੱਟ ਨਿਜ ਨੂੰ ਰੱਖਦੇ। ਇਹ ਕਾਂਤੀ ਵਿੱਚ ਲੁਕ ਜਿਵੇਂ ਪਤੀ ਬ੍ਰਤਾ, ਬਿਨ ਸਾਈਂ ਤਨ ਆਪ ਰੱਖੇ ਲੁਕਾਏ ਕੈ। ਫਿਰ ਦੁਹਰਾ ਦੇਈਏ। ਦੂਜੀ ਭਾਂਤ ਇਕਾਂਤ ਸੋਖੀ ਉਸ ਤੋਂ, ਲੱਭਦੀ ਇਹ ਵੀ ਘੱਟ ਨਿਜ ਨੂੰ ਰੱਖਦੇ। ਇਹ ਕਾਂਤੀ ਵਿੱਚ ਲੁਕ ਜਿਵੇਂ ਪਤੀ ਬ੍ਰਤਾ, ਬਿਨ ਸਾਈਂ ਤਨ ਆਪ ਰੱਖੇ ਲੁਕਾਏ ਕੈ। ਇਹਨਾਂ ਇਕਾਂਤੀਆਂ ਚਿੱਤ ਇਹੋ ਵਿਚਾਰ ਹੈ, ਜਿਕੁਰ ਆਵੇ ਅਗ ਦੱਬੀ ਜੇ ਰਹੇ, ਆਵਾ ਜਾਂਦਾ ਪੱਕ ਕੱਚਾ ਨਾ ਰਹੇ। ਲੰਮ ਜੇ ਨਿਕਲੇ ਬਾਹਰ ਆਵੇ ਵਿੱਚ ਥੋਂ, ਆਵਾ ਪਿੱਲਾ ਹੋਏ ਔਤਰ ਜਾਉਂਦਾ। ਜਿਕੁਰ ਕੋਈ ਬੀਜ ਧਰਤੀ ਬੀਜਿਆ, ਕਜਿਆ ਉਗਦਾ ਠੀਕ ਨੰਗਾ ਨਾ ਉਗੇ। ਉਗੇ ਤੇ ਪੰਛੀ ਖਾਣ ਐਵੇਂ ਜਾਉਂਦਾ, ਤਿੱਕੁਰ ਜਾਣਨ ਉਹ ਧਰਤੀ ਦੇਹ ਨੂੰ। ਇਸ ਵਿੱਚ ਰੱਖਣ ਬੀਜ ਢੱਕੀ ਸਿੰਜਦੇ, ਪਾਣੀ ਨਾਲ ਹਮੇਸ਼ ਇਹ ਕੁਝ ਸੋਚਦੇ। ਜਦੋਂ ਮੌਤ ਦੀ ਤਰੇਲ ਰਸਤਾ ਦੇਈਗੀ, ਜਾਂ ਸੁਆਮੀ ਦੇ ਦੇਸ਼ ਲੱਗੂ ਐ ਕੁਰਾਂ। ਜਿਵੇਂ ਪਨੀਰੀ ਪੁੱਟ ਹੋਈ ਤਿਆਰ ਜੋ, ਜਾਂ ਲਾਈਏ ਹੈ ਖੇਤ ਪਹਿਲਿਓਂ ਲਾਂਬੜੇ। ਉੱਥੇ ਹੋਵੇ ਬ੍ਰਿਛ ਫਲਦਾ ਮੌਲਦਾ, ਇੱਕੁਰ ਡਰਨ ਹੰਕਾਰ ਕਰਨ ਨਾ ਲੁਕਦੇ। ਇਉਂ ਇਕਾਂਤੀ ਇਹ ਹੁੰਦੇ ਹੈਨਗੇ, ਪਰ ਲੱਭਦੇ ਹਨ ਘੱਟ ਲੁਕਣੇ ਕਾਰਣੇ। ਪਰਮਾਰਥ ਸੰਬੰਧ ਜੇਕਰ ਛੱਡ ਕੇ, ਸੰਸਾਰਕ ਵਿਵਹਾਰ ਮੂਜਬ ਸੋਚੀਏ, ਤਦ ਹੈ ਵੇ ਇੱਕ ਹੋਰ ਰੂਪ ਇਕਾਂਤ ਦਾ। ਸੰਸਾਰਕ ਜੋ ਲੋਕ ਜਦ ਹੋ ਲਾਂਬ ਤੇ, ਬੈਠਣ ਕੁਝ ਕੋ ਕਾਲ ਕਹਿਣ ਇਕਾਂਤ ਹੈ। ਇੱਕੁਰ ਕੁਝ ਕੋ ਇਕੱਲ ਉਹਨਾਂ ਇਕਾਂਤ ਹੈ। ਅਭਿਆਸੀ ਕੇ ਸਾਧ ਜਾਂ ਕੋਈ ਸੰਤ ਹੋ, ਰਹਿੰਦਾ ਦੁਨੀਆ ਵਿੱਚ ਭਲਾ ਕਰਾਉਂਦਾ। ਉਪਕਾਰੀ ਉਪਕਾਰ ਕਰਦਾ ਸੋਹਣੇ, ਉਹਨੂੰ ਵੀ ਪੈਂਦੀ ਲੋੜ ਹੈ ਇਕਾਂਤ ਦੀ। ਕਦੇ ਕਦੇ ਉਹ ਲਾਂਭ ਹੁੰਦਾ ਭੀੜ ਤੋਂ, ਦਿਲ ਖਿੰਡਾਵ ਨੂੰ ਦੂਰ ਕਰਨ ਵਾਸਤੇ। ਜੋ ਲੋਕਾਂ ਦੀ ਭੀੜ ਮਹਿਲਾਂ ਪਾਉਂਦੀ, ਪਰਮਾਰਥ ਵਿੱਚ ਮੁੱਲ ਇਸ ਇਕਾਂਤ ਦਾ। ਫਿਰ ਦੁਹਰਾ ਦੇਈਏ। ਉਪਕਾਰੀ ਉਪਕਾਰ ਕਰਦਾ ਸੋਹਣੇ, ਉਹਨੂੰ ਵੀ ਪੈਂਦੀ ਲੋੜ ਹੈ ਇਕਾਂਤ ਦੀ। ਕਦੇ ਕਦੇ ਉਹ ਲਾਂਭ ਹੁੰਦਾ ਭੀੜ ਤੋਂ, ਦਿਲ ਖਿੰਡਾਵ ਨੂੰ ਦੂਰ ਕਰਨੇ ਵਾਸਤੇ। ਜੋ ਲੋਕਾਂ ਦੀ ਭੀੜ ਮਹਿਲਾਂ ਪਾਉਂਦੀ, ਪਰਮਾਰਥ ਵਿੱਚ ਮੁੱਲ ਇਸ ਇਕਾਂਤ ਦਾ। ਰਿਦਾ ਰਹੇ ਇੱਕ ਠਾਉ ਸਦਾ ਇਕਾਂਤੀਆਂ, ਇਸ ਇਕਾਂਤ ਦਾ ਸਵਾਦ ਐਦਾਂ ਮੋਹਿੰਦਾ। ਹੋ ਜਾਵਣ ਨਿਰਸਵਾਦ ਦੂਜੇ ਸਵਾਦ ਜੋ, ਅੰਦਰ ਇੱਕ ਉਚਾਣ ਆ ਕੇ ਵਾਪਰੇ। ਉਹ ਰੱਖੇ ਇਕਾਂਤ ਵਿੱਚ ਰਹਿੰਦੇ ਆ। ਦੱਸ ਕੇ ਮੈਂ ਇਕਾਂਤ ਲੋਕਾਂ ਵਿੱਚ ਇਹ, ਜੋ ਆਵੇ ਹੈ ਸਵਾਦ ਨਹੀਂ ਇਕਾਂਤ ਦਾ। ਆਪਨ ਪ੍ਰਸ਼ੰਸਾ ਆਪ ਕਰਕੇ ਪਾਵਣਾ, ਲੋਕਾਂ ਕੋਲੋਂ ਸਵਾਦ ਨਹੀਂ ਇਕਾਂਤ ਤੋਂ। ਹਾਂਜੀ, ਦੱਸ ਕੇ ਮੈਂ ਇਕਾਂਤ ਲੋਕਾਂ ਵਿੱਚ ਇਹ, ਜੋ ਆਵੇ ਹੈ ਸਵਾਦ ਨਹੀਂ ਇਕਾਂਤ ਦਾ। ਆਪਨ ਪ੍ਰਸ਼ੰਸਾ ਆਪ ਕਰਕੇ ਪਾਵਣਾ, ਲੋਕਾਂ ਕੋਲੋਂ ਸਵਾਦ ਨਹੀਂ ਇਕਾਂਤ ਤੋਂ। ਇਸ ਨੂੰ ਧਰ ਕੇ ਫੇਰ ਪੜਦੀ ਹੋਰ ਹੈ, ਐਦਾਂ ਦਾ ਸੀ ਭਾਵ ਉਸ ਵਿੱਚ ਦੱਸਿਆ। ਸੋ ਇਸ ਤੋਂ ਅਗਲਾ ਪੱਤਰ ਫਿਰ ਆਪ ਜੀ ਨੂੰ ਅੱਗੇ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।